ਕਿਸਾਨੀ ਮਸਲੇ ਦੇ ਉੱਤੇ ਤੁਹਾਡਾ ਕੀ ਪ੍ਰਤੀਕਰਮ ਹੈ? ਕਿਉਂਕਿ ਕਿਸਾਨਾਂ ਦੇ ਨਾਲ ਇਸ ਵੇਲੇ ਧੱਕਾ ਹੋ ਰਿਹਾ ਤੇ ਉਹੀ ਸਰਕਾਰ ਕਰ ਰਹੀ ਹੈ ਜਿਹੜੀ ਅਕਾਲੀਆਂ ਦੀ ਭਾਈਵਾਲ। ਜਿਹੜਾ ਵੀ ਕੋਈ ਕਾਨੂੰਨ ਉਹਨਾਂ ਦੇ ਥੋਪਿਆ ਜਾ ਰਿਹਾ ਹੈ, ਉਹ ਕਾਨੂੰਨ ਜਦੋਂ ਉਹ ਲੋਕ ਜਾਂ ਉਹ ਕਿਸਾਨ ਨਹੀਂ ਚਾਹੁੰਦੇ ਵੀ ਸਾਨੂੰ ਇਹਦਾ ਫਾਇਦਾ ਨਹੀਂ ਹੈ, ਸਾਨੂੰ ਇਹਦਾ ਨੁਕਸਾਨ ਹੈ, ਤਾਂ ਉਹ ਕਾਨੂੰਨ ਹੋਣਾ ਨਹੀਂ ਚਾਹੀਦਾ। ਰਾਜਨੀਤੀ ਝੂਠ ਕਿੰਨਾ ਕੁ ਬੋਲਣਾ ਪੈਂਦਾ? ਸੱਚੀ ਸੱਚ ਹੀ ਰਹਿਣਾ ਹੈ। ਉਹਦੇ ਜਿੰਨੇ ਮਰਜ਼ੀ ਪੜਦੇ ਪਾਈ ਜਾਓ, ਜਿੰਨੇ ਮਰਜ਼ੀ ਉਹਨੂੰ ਮਿੱਟੀ 'ਚ ਦੱਬ ਲਓ, ਕਿਤੇ ਦੱਬ ਲਓ, ਸੱਚ ਨੇ ਬਾਹਰ ਆਣਾ ਹੀ ਆਣਾ ਹੈ। ਇੱਕ ਅਕਾਲੀ ਲੀਡਰ ਨੇ ਸਰਦਾਰ ਦਲਜੀਤ ਸਿੰਘ ਚੀਮਾ, ਉਹਨਾਂ ਦੇ ਤੁਸੀਂ ਬਹੁਤ ਕਰੀਬੀ ਹੋ, ਉਹਦੇ ਕਰਕੇ ਤੁਸੀਂ ਫਟਾਫਟ ਪੌੜੀਆਂ ਚੜ੍ਹੀ ਜਾ ਰਹੇ ਹੋ। ਉਹ ਇੱਕ ਬਹੁਤ ਨੇਕ ਇਨਸਾਨ ਨੇ। ਸਾਡੇ ਸਾਰੇ ਜਿਹੜੇ ਲੋਕਲ ਲੀਡਰ ਨੇ, ਮੈਂ ਲੋਕਲ ਨਹੀਂ ਕਹਿ ਸਕਦਾ, ਸਾਡੇ ਪਟਿਆਲੇ ਦੇ ਵੱਡੇ ਲੀਡਰ ਜਿਵੇਂ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ, ਆਪਣਾ ਸਰਦਾਰ ਸੁਰਜੀਤ ਸਿੰਘ ਜੀ ਰੱਖੜਾ ਹੈ, ਇਹਨਾਂ ਨਾਲ ਵੀ ਸਾਡਾ ਇੱਕ ਪਰਿਵਾਰਕ ਸੰਬੰਧ ਨੇ। ਅੱਜ ਪ੍ਰੋਗਰਾਮ ਗੱਲ ਸੱਚੀ ਹੈ ਦੇ ਵਿੱਚ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ। ਗੱਲਬਾਤ ਜਿਸ ਤਰ੍ਹਾਂ ਹਰ ਵਾਰ ਵੱਖਰੀ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਤਾਂ ਇਹ ਵੀ ਸਾਹਮਣੇ ਆਇਆ ਦਰਸ਼ਕਾਂ ਦਾ ਰਿਸਪੌਂਸ ਜਦੋਂ ਵਾਪਸ ਆਉਂਦਾ ਹੈ ਕਿ ਜੀ ਗੱਲਾਂ ਤਾਂ ਖਰੀਆਂ ਹੁੰਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਤੇ ਸੱਚੀਆਂ ਹੁੰਦੀਆਂ ਨੇ। ਤੇ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਸਰਦਾਰ ਸੁਖਵਿੰਦਰਪਾਲ ਸਿੰਘ ਮਿੰਟਾ, ਜਿਹੜੇ ਕਿ ਲੰਮੇ ਚਿਰ ਤੋਂ ਰਾਜਨੀਤੀ ਦੇ ਵਿੱਚ ਸਰਗਰਮ ਨੇ, ਉੱਘੇ ਅਕਾਲੀ ਆਗੂ ਨੇ, ਪਟਿਆਲਾ ਜ਼ਿਲ੍ਹੇ ਤੋਂ ਨੇ। ਔਰ ਇਹਨਾਂ ਦੀ ਜਿੰਨੀ ਗੱਲਬਾਤ ਚੱਲਦੀ ਹੈ, ਇੱਕ ਆਮ ਸਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਇੱਕ ਵਿਅਕਤੀ ਪਹਿਲਾਂ MC ਬਣੇ, ਫਿਰ ਉਸ ਤੋਂ ਬਾਅਦ ਬਹੁਤ ਵਧੀਆ ਸਪੋਕਸਪਰਸਨ ਬਣ ਜੇ ਉਹ ਪਟਿਆਲੇ ਦੇ ਵਿੱਚ ਹੀ। ਅਤੇ ਚੰਗੇ ਲੀਡਰ ਜਦੋਂ ਮਿੰਟਾ ਜੀ ਦੀ ਗੱਲ ਕਰਦੇ ਆ ਤਾਂ ਉਹ ਇਹੀ ਕਹਿੰਦੇ ਨੇ ਕਿ ਭਾਈ ਇਹਦੇ ਤੋਂ ਵਧੀਆ ਬੰਦਾ ਪਟਿਆਲੇ 'ਚ ਸ਼ਾਇਦ ਕੋਈ ਨਾ ਹੋਵੇ, ਪਰ ਇਹਨਾਂ 'ਚ ਵੀ ਕਈ ਤਰ੍ਹਾਂ ਦੀਆਂ ਕਮੀਆਂ ਨੇ। ਉਸ ਦੇ ਉੱਤੇ ਅਸੀਂ ਗੱਲਬਾਤ ਕਰਨ ਜਾਵਾਂਗੇ। ਰਾਜਨੀਤੀ ਕਿੱਦਾਂ ਹੁੰਦੀ ਹੈ, ਕੀ ਕਰਦੇ ਨੇ ਰਾਜਨੀਤੀ ਦੇ ਵਿੱਚ, ਅਤੇ ਉਹ ਕਟਾਕਸ ਦੇ ਉੱਤੇ ਜੇ ਤੁਹਾਡੇ ਕੋਈ ਹੋਰ ਸੁਝਾਅ ਹੋਣ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪਾਇਓ, ਤਾਂ ਕਿ ਉਹ ਕਮੈਂਟ ਬਾਕਸ ਦੇ ਜ਼ਰੀਏ ਇਹ ਰਾਜਨੀਤਿਕ ਸ਼ਖਸੀਅਤਾਂ ਜਿਹੜੀਆਂ ਉੱਭਰ ਰਹੀਆਂ ਨੇ, ਜਿਹੜੀਆਂ ਕਿ ਇਸ ਵੇਲੇ ਰਾਜਨੀਤੀ ਦੀ ਪਹਿਲੀ ਕਤਾਰ 'ਚ ਨਹੀਂ, ਦੂਜੀ ਜਾਂ ਤੀਜੀ ਕਤਾਰ 'ਚ ਨੇ, ਇਹਨਾਂ ਨੂੰ ਸਿੱਧੇ ਸਵਾਲ ਜਾਣ, ਤਾਂ ਕਿ ਅੱਗੇ ਨੂੰ ਜੇ ਇਹ ਸਾਡਾ ਪ੍ਰਤੀਨਿਧ ਕਰਨ, ਲੋਕਾਂ ਦੀ ਅਗਵਾਈ ਕਰਨ, ਤਾਂ ਉਹ ਚੰਗੇ ਤਰੀਕੇ ਨਾਲ ਕਰਨ। ਇਹਨਾਂ ਨੂੰ ਪਤਾ ਹੋਵੇ ਕਿ ਆਉਣ ਵਾਲੀਆਂ ਮੁਸ਼ਕਲਾਂ ਲੋਕਾਂ ਦੀਆਂ ਕੀ ਨੇ ਅਤੇ ਇਹਨਾਂ ਦੇ ਸਾਹਮਣੇ ਕੀ ਚੁਣੌਤੀਆਂ ਨੇ। ਸੋ ਮਿੰਟਾ ਜੀ, ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਸਟੂਡੀਓ ਦੇ ਵਿੱਚ। ਮਿੰਟਾ ਜੀ, ਬੜੀ ਰਾਜਨੀਤੀ ਨੂੰ ਕਿਹਾ ਜਾਂਦਾ ਹੈ ਕਿ ਬੜੀ ਡਰਟੀ ਗੇਮ ਹੈ, ਕਹਿੰਦੇ ਇਹ ਕਿੰਨੀ ਕੁ ਡਰਟੀ ਹੈ ਜੀ ਇਹ ਗੇਮ? ਇਹ ਡਰਟੀ ਉਹਨਾਂ ਦੀ ਹੈ ਜਿਨ੍ਹਾਂ ਨੇ ਡਰਟੀ ਗੇਮ ਖੇਡਣੀ ਹੈ, ਜਿਨ੍ਹਾਂ ਨੇ ਸਾਫ਼ ਸੁਥਰੀ ਰਾਜਨੀਤੀ ਕਰਨੀ ਹੈ, ਲੋਕਾਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਨੂੰ ਅੱਗੇ ਲੈ ਕੇ ਆਉਣਾ ਹੈ। ਉਹਨਾਂ ਲਈ ਕੋਈ ਡਰਟੀ ਨਹੀਂ, ਉਹਨਾਂ ਲਈ ਇਹ ਜਿਹੜੀ ਗੇਮ ਨਹੀਂ ਮੈਂ ਕਹਿ ਸਕਦਾ, ਇਹ ਇੱਕ ਲੋਕਾਂ ਦੀ ਸੇਵਾ ਦੀ ਭਾਵਨਾ ਨਾਲ ਆਉਣਾ ਚਾਹੀਦਾ। ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ, ਭਾਵੇਂ ਛੋਟੇ ਲੀਡਰ ਹੈ ਭਾਵੇਂ ਵੱਡੇ ਹੈ, ਜੇ ਉਹ ਲੋਕਾਂ ਦੀ ਸੇਵਾ ਨੂੰ ਮੁੱਖ ਰੱਖ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਰਕਾਰੀ ਦਰਬਾਰੇ ਲਿਆ ਕੇ ਇਹ ਆਉਣਾ ਚਾਹੁੰਦੇ ਨੇ, ਤਾਂ ਉਹਨਾਂ ਦਾ ਜੀ ਆਇਆਂ ਨਾ, ਲੋਕ ਉਹਨਾਂ ਨੂੰ ਸਦਾ ਯਾਦ ਰੱਖਦੇ ਨੇ। ਬਹੁਤ ਵੱਡੇ ਲੀਡਰ ਆ ਜਿਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਲੋਕ ਉਹਨਾਂ ਨੂੰ ਅੱਜ ਤੱਕ ਯਾਦ ਕਰਦੇ ਆ। ਜਿਹੜੀ ਤੁਸੀਂ ਡਰਟੀ ਗੇਮ ਦੀ ਕਰੀ ਹੈ, ਹਾਂ ਠੀਕ ਹੈ, ਕੁਛ ਬੰਦੇ ਆ ਜਾਂਦੇ ਨੇ ਪੈਰਾਸ਼ੂਟ ਰਾਹੀਂ, ਜੇ ਉਹ ਇਹਦੇ ਵਿੱਚੋਂ, ਜੇ ਰਾਜਨੀਤੀ ਦੇ ਵਿੱਚੋਂ ਕੋਈ ਆਪਣੇ ਨਿੱਜੀ ਫਾਇਦੇ ਲੈਣੇ ਚਾਹੁੰਦੇ ਆ, ਉਹ ਚੰਦ ਦਿਨਾਂ ਦੇ ਮਹਿਮਾਨ ਹੁੰਦੇ ਆ, ਲੰਬੇ ਸਮੇਂ ਤੱਕ ਉਹ ਰਾਜਨੀਤੀ ਦੇ ਵਿੱਚ ਨਹੀਂ ਚੱਲ ਸਕਦੇ। ਰਾਜਨੀਤੀ ਕਹਿੰਦੇ ਵਪਾਰ ਬਣ ਗਿਆ ਜੀ, ਜਾਂ ਵਪਾਰੀ ਰਾਜਨੀਤਿਕ ਲੋਕ ਬਣ ਗਏ? ਤੁਹਾਡੀ ਗੱਲ ਮੈਂ ਕਿਤੇ ਨਾ ਕਿਤੇ ਸਹਿਮਤ ਹਾਂ। ਇਹ ਲੋਕਾਂ ਦੇ ਮਨ 'ਚੋਂ ਭੁਲੇਖੇ ਦੂਰ ਕਰਨੇ ਚਾਹੀਦੇ ਆ, ਅਤੇ ਮੈਂ ਨੌਜਵਾਨ ਵਰਗ ਨੂੰ ਬੇਨਤੀ ਕਰਾਂਗਾ ਕਿ ਇਸ ਨੂੰ ਵਪਾਰ ਸਮਝ ਕੇ ਨਾ ਆਇਆ ਜਾਵੇ। ਇਸ ਨੂੰ ਲੋਕਾਂ ਦੀ ਸੇਵਾ ਸਮਝ ਕੇ ਜਿਹੜਾ ਬੰਦਾ ਆਏਗਾ, ਲੋਕ ਉਹਦੀ ਕਦਰ ਕਰਦੇ ਨੇ, ਸਤਿਕਾਰ ਕਰਦੇ ਨੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਅੱਜ ਜਿਹੜਾ ਲੋਕਾਂ ਦੇ ਵਿੱਚ ਮਨ 'ਚ ਘਰ ਕਰ ਚੁੱਕਿਆ, ਉਹਦੇ ਵਿੱਚ ਆਏ ਸੀ ਲੋਕ ਇਹੋ ਜਿਹੇ ਬਹੁਤ ਆਉਂਦੇ ਨੇ ਜਿਨ੍ਹਾਂ ਦਾ ਹੁੰਦਾ ਵੀ ਹਾਂ ਰਾਜਨੀਤੀ 'ਚ ਆ ਕੇ ਅਸੀਂ ਆਹ ਕਰ ਲਈਏ ਉਹ ਕਰ ਲਈਏ, ਪਰ ਉਹ ਲੰਬੇ ਰੇਸ ਦੇ ਘੋੜੇ ਨਹੀਂ ਹੁੰਦੇ। ਜੇ ਲੰਬੇ ਰੇਸ ਦੇ ਘੋੜੇ ਰਹਿਣਾ ਤੁਸੀਂ ਸਿਆਸਤ ਦੇ ਵਿੱਚ, ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨਾ ਪਏਗਾ, ਆਪਣੇ ਪਿੰਡੇ 'ਤੇ ਹੰਡਾਉਣਾ ਪਏਗਾ। ਮਿੰਟਾ ਜੀ, ਤੁਸੀਂ 1995 ਤੋਂ ਰਾਜਨੀਤੀ ਦੇ ਵਿੱਚੋਂ, ਆਪਣੀ ਸ਼ੁਰੂਆਤ ਦੱਸੋਗੇ ਕਿਸ ਤਰ੍ਹਾਂ ਹੋਈ ਸੀ? 1992 ਦੇ ਵਿੱਚ ਮੇਰੇ ਫਾਦਰ ਇਸ ਇਲੈਕਸ਼ਨ ਦੇ ਵਿੱਚ, ਕਾਰਪੋਰੇਸ਼ਨ ਇਲੈਕਸ਼ਨ, ਉਦੋਂ ਮਿਊਨਿਸਪੈਲਿਟੀ ਸੀ ਪਟਿਆਲੇ 'ਚ, ਉਦੋਂ ਆਈ ਸੀ, ਤਾਂ ਉਦੋਂ ਅਸੀਂ ਕੁਛ ਵੋਟਾਂ 'ਤੇ ਹਾਰ ਗਏ ਸੀਗੇ ਮੇਰੇ ਫਾਦਰ। ਫਿਰ ਮੈਂ ਉਦੋਂ ਮਨ ਬਣਾਇਆ ਵੀ ਜਿਹੜੀਆਂ ਇਲੈਕਸ਼ਨਾਂ ਆਉਣਗੀਆਂ ਅਤੇ ਉਹਦੇ ਵਿੱਚ ਮੈਂ ਖੜੂੰਗਾ
ਤੇ ਮੈਂ ਆਪਣੇ ਲੋਕਾਂ ਦੀ ਸੇਵਾ ਦੇ ਭਾਵਨਾ ਨਾਲ, ਕਿਉਂਕਿ ਮੇਰੀ ਉਮਰ ਬਹੁਤ ਛੋਟੀ ਸੀ ਉਦੋਂ ਜਦੋਂ ਮੇਰੇ ਫਾਦਰ ਸਾਹਿਬ ਲੜੇ ਸੀ, ਪਰ ਲੋਕ ਮਿਲੇ, ਲੋਕਾਂ ਨਾਲ ਗੱਲਬਾਤ ਕੀਤੀ ਤੇ ਇੱਕ ਮਨ ਦੇ ਵਿੱਚ ਵਿਚਾਰ ਆਇਆ ਵੀ ਕਿਉਂ ਨਾ ਆਪਾਂ ਇਸ ਪਾਸੇ ਚੱਲੀਏ। ਫਿਰ 10 ਸਾਲ ਬਾਅਦ ਇਲੈਕਸ਼ਨ ਹੋਈ ਸੀ ਇੱਥੇ 2002 ਦੇ ਵਿੱਚ, ਕਾਰਪੋਰੇਸ਼ਨ ਬਣ ਚੁੱਕੀ ਸੀ ਤੇ ਪ੍ਰਮਾਤਮਾ ਨੇ ਸਾਥ ਦਿੱਤਾ, ਪਬਲਿਕ ਨੇ ਸਾਥ ਦਿੱਤਾ ਤੇ ਉਦੋਂ 2002 ਦੇ ਵਿੱਚ ਮੈਂ ਇਲੈਕਸ਼ਨ ਦੇ ਵਿੱਚ ਖੜਿਆ ਤੇ ਬਹੁਤ ਅੱਛੇ ਮਾਰਜਨ ਨਾਲ ਜਿੱਤ ਹੋਈ। ਫਿਰ 2007 ਚ ਲੜਿਆ, ਫਿਰ ਜਿੱਤ ਹੋਈ। ਫਿਰ ਮੇਰੇ 2012 ਲੇਡੀ ਰਾਖਵੀਂ ਸੀਟ ਹੋਣ ਕਾਰਨ ਮੇਰੀ ਵਾਈਫ ਲੜੇ। ਐਤਕੀ 2017 ਚ ਵਿੱਚ ਫਿਰ ਅਸੀਂ ਮੇਰੀ ਵਾਈਫ ਲੜੇ ਨੇ। ਤਕਰੀਬਨ ਅਸੀਂ ਆਪਣੇ ਘਰ ਦੇ ਵਿੱਚੋਂ 5 ਇਲੈਕਸ਼ਨਾਂ ਲੜ ਚੁੱਕੇ ਹਾਂ ਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ, ਲੋਕਾਂ ਦੇ ਨਾਲ ਅਸੀਂ ਖੜੇ ਹਾਂ ਤੇ ਲੋਕ ਸਾਡੇ ਨਾਲ ਖੜੇ ਨੇ। ਕਿੰਨੀ ਕੁ ਲੜਾਈ ਹੈ ਜੀ ਐਮਸੀ ਇਲੈਕਸ਼ਨਾਂ 'ਚ? ਸਰਪੰਚਾਂ ਦੀਆਂ ਇਲੈਕਸ਼ਨਾਂ 'ਚ ਤਾਂ ਸਿਰ ਪਾਟ ਗਏ, ਐਮਸੀ ਇਲੈਕਸ਼ਨਾਂ 'ਚ ਵੀ ਅਸੀਂ ਇਸ ਵਾਰ ਵੀ ਦੇਖਿਆ ਆ। ਜਦੋਂ ਅਕਾਲੀਆਂ ਦੀ ਸਰਕਾਰ ਸੀ ਉਦੋਂ ਵੀ ਦੇਖਿਆ ਸਿਰ ਪੱਟਦੇ, ਤਲਵਾਰਾਂ ਚੱਲਦੀਆਂ, ਗੋਲੀਆਂ ਚੱਲਦੀਆਂ। ਇਹਦੀ ਕਿੰਨੀ ਕੁ ਜ਼ਰੂਰਤ ਪੈਂਦੀ ਹੈ ਜੀ? ਦੇਖੋ, ਇਹਦੀ ਬਿਲਕੁਲ ਜ਼ਰੂਰਤ ਨਹੀਂ ਪੈਂਦੀ, ਪਰ ਜਿਹੜੇ ਰਾਜਨੀਤਿਕ ਵੱਡੇ ਲੋਕ ਨੇ ਉਹ ਆਪਣੀ ਕੋਈ ਸੇ ਬਣਾਉਣ ਨੂੰ, ਇਲੈਕਸ਼ਨਾਂ ਦੇ ਵਿੱਚ ਅੱਗੇ ਆਉਣ ਨੂੰ ਇਹ ਕਰਦੇ ਨੇ, ਪਰ ਮੈਂ ਸਮਝਦਾ ਇਹਦੀ ਲੋੜ ਨਹੀਂ। ਜਿਹੜੇ ਲੋਕ ਕੰਮ ਕਰਦੇ ਨੇ, ਲੋਕਾਂ ਦੇ ਦੁੱਖ ਸੁੱਖ 'ਚ ਖੜ੍ਹਦੇ ਨੇ, ਉਹਨਾਂ ਨੂੰ ਇਹ ਚੀਜ਼ ਕਰਨ ਦੀ ਬਿਲਕੁਲ ਲੋੜ ਨਹੀਂ। ਇਹ ਵੀ ਅਕਸਰ ਮੰਨਿਆ ਜਾਂਦਾ ਕਿ ਗੁੰਡਾਇਜ਼ਮ ਤੇ ਪੋਲੀਟਿਕਸ ਦਾ ਬੜਾ ਗੂੜਾ ਨਾਤਾ ਆ। ਕਈ ਜਿਹੜੇ ਬੰਦੇ ਗੁੰਡਾਇਜ਼ਮ 'ਚ ਸੀਗੇ ਜਾਂ ਗੈਂਗਸ ਉਹਨਾਂ ਨੇ ਬਣਾਏ ਹੋਏ ਸੀ, ਉਹ ਰਾਜਨੀਤੀ ਵਿੱਚ ਆਏ ਤੇ ਕਈ ਰਾਜਨੀਤਿਕ ਲੋਕਾਂ ਨੇ ਗੁੰਡਿਆਂ ਨੂੰ ਪਾਲਿਆ ਵੀ ਤੇ ਉਹਨਾਂ ਨੂੰ ਵਰਤਿਆ ਵੀ। ਕਿੰਨੀ ਕੁ ਜ਼ਰੂਰਤ ਪੈਂਦੀ ਹੈ ਜੀ ਗੁੰਡਿਆਂ ਦੀ? ਦੇਖੋ, ਜਿਹੜੇ ਜਜਮਾਨ ਜੀ ਵਾਲ ਖਿੰਨੇ ਸਾਹਮਣੇ ਆ ਜਾਣੇ ਆ। ਜੇ ਆਪਾਂ ਇਹੋ ਜਿਹੇ ਕੰਮ ਕਰਾਂਗੇ, ਉਹ ਇੱਕ ਦਿਨ ਤੁਹਾਨੂੰ ਜਿਹੜੀਆਂ ਹੱਥਾਂ ਨਾਲ ਗੱਠਾਂ ਬੰਨੀਆਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਨੇ। ਜੇ ਆਪਾਂ ਆਪਾਂ ਇਹਨਾਂ ਨੂੰ ਉਤਸ਼ਾਹ ਕਰਾਂਗੇ, ਬੜਾਵਾ ਦੇਵਾਂਗੇ ਤੇ ਇੱਕ ਦਿਨ ਆਪਣੇ ਹੀ ਗੱਲ ਦੀ ਹੱਡੀ ਬਣ ਜਾਂਦੇ ਆ। ਸੋ ਮੇਰੀ ਇੱਕ ਸਾਰਿਆਂ ਨੂੰ ਅਪੀਲ ਹੈ ਕਿ ਇਹ ਜਿਹੜੀ ਹੋਸ਼ੀ ਰਾਜਨੀਤੀ ਹੈ, ਗੁੰਡਾਪਨ ਨੂੰ ਅੱਗੇ ਲਿਆ ਕੇ ਰਾਜਨੀਤੀ, ਲੰਬੇ ਸਮੇਂ ਦੀ ਨਹੀਂ ਹੈਗੀ। ਇਹ ਲੋਕਾਂ ਦੇ ਨਾਲ ਇੱਕ ਧੋਖਾ ਹੁੰਦਾ, ਲੋਕ ਸਭ ਜਾਣਦੇ ਆ। ਅੱਜ ਕੱਲ੍ਹ ਉਹ ਸਮਾਂ ਨਹੀਂ ਹੈ ਤੁਸੀਂ ਕਿਸੇ ਨੂੰ ਭੁਲੇਖੇ 'ਚ ਰੱਖ ਲਓਗੇ। ਮਾਡਰਨ ਜ਼ਮਾਨਾ ਹੈ, ਲੋਕ ਤਕਨੀਕ ਦਾ ਜ਼ਮਾਨਾ ਹੈ, ਲੋਕ ਹਰ ਚੀਜ਼ ਦੇਖ ਰਹੇ ਨੇ। ਤੁਸੀਂ ਕਿਤੇ ਖੜੇ ਵੀ ਹੋ, ਤੁਸੀਂ ਕਿਤੇ ਆ ਰਹੇ ਹੋ, ਜਾ ਰਹੇ ਹੋ, ਵੀਡੀਓ ਬਣ ਰਹੀਆਂ ਨੇ। ਲੋਕਾਂ ਦਾ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਲੋਕਾਂ ਨੂੰ ਲੋਕਾਂ ਦੀ ਜਿਹੜੀ ਸੇਵਾ ਹੀ ਤੁਹਾਡੇ ਕੰਮ ਆਉਣੀ ਹੈ। ਗੁੰਡਾ ਰਾਜ ਠੀਕ ਹੈ, ਆ ਜਾਂਦੇ ਨੇ, ਹੋ ਜਾਂਦਾ ਉਹ ਕਿਤੇ ਨਾ ਕਿਤੇ, ਪਰ ਉਹ ਲੰਬਾ ਸਮੇਂ ਦੇ, ਮੈਂ ਤੁਹਾਨੂੰ ਫਿਰ ਬਾਰ-ਬਾਰ ਇਹ ਕਹਿ ਰਿਹਾ ਵੀ ਲੰਬੇ ਸਮੇਂ ਤੱਕ ਇਹ ਨਹੀਂ ਚੱਲਦਾ। ਉਹ ਆਪਾਂ ਵੀ ਕਈ ਵਾਰ ਕੋਈ ਤਲੀ ਤੇ ਸਰੋਂ ਜਮਾ ਲੈਂਦੇ ਹਾਂ ਵੀ ਉਹ ਫਿਰ ਲੋਕ ਉਹ ਗੱਲਾਂ 'ਚ ਆ ਜਾਂਦੇ ਨੇ ਤਾਂ ਫਿਰ ਬਾਅਦ 'ਚ ਪਛਤਾਉਂਦੇ ਵੀ ਨੇ ਵੀ ਅਸੀਂ ਕੀ ਕਰ ਲਿਆ। ਪਰ ਹੁਣ ਲੋਕ ਸਮਝਦਾਰ ਨੇ, ਮੈਨੂੰ ਨਹੀਂ ਲੱਗਦਾ ਵੀ ਇਹ ਅੱਗੇ ਨੂੰ ਇਹੋ ਜਿਹਾ ਕੁਝ ਹੋਏਗਾ ਜੀ। ਪਰ ਬੜੀ ਕਮਾਲ ਦੀ ਗੱਲ ਹੈ, ਤੁਸੀਂ ਡਟ ਕੇ ਵਿਰੋਧ ਕੀਤਾ ਆ ਕਈ ਤਰ੍ਹਾਂ ਦੀਆਂ ਪਾਵਰਾਂ ਦਾ। ਤੁਹਾਡੇ ਆਪਣੇ ਵਾਰਡ ਦੇ ਵਿੱਚ, ਪਟਿਆਲੇ ਦੇ ਵਿੱਚ, ਮੈਨੂੰ ਯਾਦ ਹੈ ਕਿ ਤੁਸੀਂ ਆਪਣੇ ਦੀ ਤੇਲ ਛਿੜਕ ਲਿਆ ਸੀ ਜੀ। ਉਹ ਐਂ ਸੀਗਾ, ਬਿਲਕੁਲ ਛੋਟੀ ਗੱਲ, ਠੀਕ ਹੈ ਜੀ। ਉਹ ਸਾਡੇ ਹੀ ਕਾਉਂਸਲਰ ਸੀਗੇ, ਉਹ ਉੱਥੇ ਲੋਕ ਨਹੀਂ ਚਾਹੁੰਦੇ ਸੀ, ਕੋਈ ਟਾਵਰ ਲਾਉਣ ਆ ਗਏ ਸੀਗੇ। ਉਹ ਟਾਵਰ ਲੋਕਾਂ ਦੇ ਬਹੁਤ ਛੋਟੇ ਛੋਟੇ ਘਰ ਸੀਗੇ, ਉਹਦੇ ਵਿੱਚ ਉਹਨਾਂ ਜਗ੍ਹਾ ਪਰਚੇਜ ਕਰਕੇ ਇੱਕ ਬੜਾ ਹਾਈ ਲੈਵਲ ਦਾ 100 ਕੁ ਫੁੱਟ ਉੱਚਾ ਟਾਵਰ ਲਾਉਣ ਲੱਗ ਗਏ ਸੀ। ਮੈਂ ਉਹਨਾਂ ਨੂੰ ਜਾ ਕੇ ਕਿਹਾ ਵੀ ਤੁਹਾਡੇ ਕੋਲ ਪਰਮਿਸ਼ਨ ਹੈਗੀ ਆ, ਦਿਖਾ ਦਿਓ। ਉਹ ਕਹਿੰਦੇ ਜੀ ਅਸੀਂ ਦਿਖਾ ਦਾਂਗੇ ਤੁਹਾਨੂੰ। ਮੈਂ ਉਦੋਂ ਕੰਮ ਰੋਕਤਾ। ਅਗਲੇ ਦਿਨ ਉਹਨਾਂ ਨੂੰ ਪਰਮਿਸ਼ਨ ਮਿਲੀ ਨਹੀਂ ਤੇ ਉਹਨਾਂ ਨੇ ਟਾਵਰ ਲਾਉਣਾ ਫਿਰ ਸ਼ੁਰੂ ਕਰਤਾ। ਫਿਰ ਮੈਨੂੰ ਫੋਨ ਆਇਆ ਵੀ ਜੀ ਅਸੀਂ ਤਾਂ, ਸਾਡੇ ਘਰ ਉੱਜੜ ਜਾਣਗੇ, ਬੱਚੇ ਸਾਡੇ ਬਿਮਾਰ ਹੋ ਜਾਣਗੇ, ਬਿਲਕੁਲ ਘਰ ਦੇ ਨਾਲ ਛੋਟੇ ਛੋਟੇ ਘਰ ਦਾ, ਸਾਡੇ ਵੈਲਿਊ ਖਤਮ ਹੋ ਜਾਣਗੀਆਂ ਘਰਾਂ ਦੀਆਂ। ਜਦੋਂ ਮੈਂ ਉਹਨਾਂ ਜਾ ਕੇ ਰੋਕਿਆ ਤਾਂ ਉਹਨਾਂ ਦੇ ਉਹ ਗੁੰਡਾ ਅਨਸਰ ਜਿਵੇਂ ਲਾ ਲਓ ਵੀ ਲੈ ਕੇ ਆਏ ਹੋਏ ਸੀ। ਪਰ ਫਿਰ ਵਾਹਿਗੁਰੂ ਦੀ ਓਟ ਆਸਰਾ ਲੈ ਕੇ, ਲੋਕਾਂ ਦਾ ਪਿਆਰ ਸੀ, ਫਿਰ ਮੈਂ ਡਟ ਗਿਆ। ਫਿਰ ਉਹਨਾਂ ਨੇ ਮੇਰੀ ਬੜੀ ਖਿੱਚ-ਧੂ ਕੀਤੀ, ਪਬਲਿਕ ਨੂੰ ਕੁੱਟਿਆ, ਮਾਰਿਆ। ਪਰ ਐਂਡ ਕੀ ਹੋਇਆ ਵੀ ਫਿਰ ਮੈਨੂੰ ਮਜਬੂਰ, ਜਦ ਮੈਂ 1.5 ਘੰਟਾ ਲੜਾਈ ਲੜੀ ਵੀ ਹੁਣ ਮੇਰੀ ਬੱਸ ਨਹੀਂ ਚੱਲਦੀ, ਫਿਰ ਤੇਲ ਲਿਆ ਕੇ ਮੈਂ ਆਪਣੇ 'ਤੇ ਛਿੜਕਿਆ, ਪਾਇਆ ਤੇ ਇਹਨਾਂ ਨੂੰ ਪੁਲਿਸ SP DSP ਖੜ੍ਹੇ ਸੀ, ਉਦੋਂ ਤਮਾਸ਼ਾ ਦੇਖ ਰਹੀ ਸੀ। ਪਰ ਮੈਂ ਕਿਹਾ ਵੀ ਮੇਰੀ ਮੌਤ ਦੇ ਜਿੰਨਾ ਇਹ ਲੋਕ ਜ਼ਿੰਮੇਵਾਰ, ਉਹਨਾਂ ਪੁਲਿਸ ਅਫਸਰ ਜ਼ਿੰਮੇਵਾਰ ਨੇ, ਕਿਉਂਕਿ ਇਹ ਦੇਖ ਰਹੇ, ਇਹਨਾਂ ਨੇ ਇਸ ਗੱਲ ਨੂੰ ਉਤਸ਼ਾਹ ਦਿੱਤਾ, ਇਹਨੂੰ ਸਾਂਭਿਆ ਨਹੀਂ। ਫਿਰ ਉਹਨਾਂ ਨੇ ਉਹਨਾਂ ਨੂੰ ਭਜਾਇਆ ਤੇ ਫਿਰ ਮੈਨੂੰ ਮਜਬੂਰਨ ਧਰਨਾ ਲਾਉਣਾ ਪਿਆ। ਫਿਰ ਉਹਨਾਂ ਦੇ 32 ਬੰਦਿਆਂ ਦੇ ਖਿਲਾਫ ਉਦੋਂ ਪਰਚਾ ਦਰਜ ਹੋਇਆ ਸੀਗਾ। ਪਬਲਿਕ ਕਰਕੇ ਅਸੀਂ ਲੜਾਈ ਲੜੀ, ਪਬਲਿਕ ਨੇ ਸਾਥ ਦਿੱਤਾ, ਤਾਂ ਹੀ ਅਸੀਂ ਇਸ ਤੱਕ ਪਹੁੰਚ ਸਕੇ। ਪਬਲਿਕ ਦੀ ਗੱਲ ਕਰਦੇ ਹੋ ਜੀ, ਕਈ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀਗਾ, ਤੁਸੀਂ ਮੱਛੀ ਮਾਰਕੀਟ ਹਟਾਤੀ ਉੱਥੋਂ। ਬਿਲਕੁਲ ਠੀਕ ਹੈ, ਪਰ ਉਹ ਤੁਹਾਨੂੰ ਲੋਕ ਦੱਸ ਸਕਦੇ ਉਹ ਰੁਜ਼ਗਾਰ ਮਿਲਿਆ ਸੀ। ਪਹਿਲਾਂ ਅਸੀਂ ਉਹਨਾਂ ਨੂੰ ਸ਼ਿਫਟ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਜਗ੍ਹਾ ਪ੍ਰੋਵਾਈਡ ਕਰਾਈ ਹੈ। ਹਾਈ ਕੋਰਟ, ਮਾਨਯੋਗ ਹਾਈ ਕੋਰਟ ਨੇ ਵੀ ਇਹ ਆਦੇਸ਼ ਦਿੱਤੇ ਸੀ
ਵੀ ਇਹਨਾਂ ਨੂੰ ਜਗ੍ਹਾ ਦਿੱਤੋ। ਅਸੀਂ ਉਹਨਾਂ ਨੂੰ ਜਗ੍ਹਾ ਦਿੱਤੀ, ਫਿਰ ਹਟਾਇਆ, ਕਿਉਂਕਿ ਉੱਥੇ ਬਹੁਤ ਜ਼ਿਆਦਾ ਉਹ ਬੜੀ ਲੰਬੀ ਲੜਾਈ ਲੜੀ ਹੈ, ਕਿਉਂਕਿ ਉਹ 40-45 ਕਲੋਨੀਆਂ ਦਾ ਰਸਤਾ ਸੀਗਾ। ਉਹ ਤੁਸੀਂ ਸਾਰੇ ਜੇ ਪਟਿਆਲੇ 'ਚ ਰਹਿੰਦੇ ਹੋ ਤਾਂ ਉਹ ਓਪਨ ਦੇ ਵਿੱਚ ਹੀ ਤੁਸੀਂ YouTube ਤੇ ਦੇਖ ਸਕਦੇ ਹੋ ਕਿੰਨੀ ਪਬਲਿਕ ਦਾ ਸਾਥ ਮਿਲਿਆ। 40 ਕਲੋਨੀਆਂ ਰਸਤਾ ਜਾਂਦਾ ਸੀ, ਉਹਨੂੰ ਮਿੰਨਤਾਂ ਕੀਤੀਆਂ, ਹੱਥ ਜੋੜੇ, ਪਰ ਅਸੀਂ ਫਿਜ਼ੀਕਲ ਲੜਾਈ ਨਹੀਂ ਲੜੀ, ਅਸੀਂ ਕਾਨੂੰਨੀ ਲੜਾਈ ਲੜੀ ਹੈ। ਮਾਨਯੋਗ ਪਹਿਲਾਂ SDM ਸਾਹਿਬ ਦੇ ਕੇਸ ਪਾਇਆ, ਉੱਥੋਂ ਫਿਰ ਲੋਅਰ ਕੋਰਟ ਦੇ, ਫਿਰ ਸੈਸ਼ਨ ਤੋਂ, ਫਿਰ ਹਾਈ ਕੋਰਟ ਤੋਂ ਡਬਲ ਬੈਂਚ ਤੱਕ, ਹਾਈ ਮਾਨ ਤੱਕ ਗਏ। ਬੜੀ ਇੱਕ ਲੰਬਾ ਸੰਘਰਸ਼ ਕਰਕੇ, ਜੇ ਸੱਚਾਈ ਸੀ, ਪਬਲਿਕ ਦਾ ਸਾਥ ਸੀ, ਤੇ ਅਸੀਂ ਤਾਂ ਹੀ ਉਹ ਜਿੱਤ ਸਕੇ। ਸਾਡਾ ਰੁਜ਼ਗਾਰ ਕਰਨ ਦਾ ਕੋਈ ਆਈਡੀਆ ਜਾਂ ਕੋਈ ਇਹੋ ਜਿਹਾ ਮਨਸ਼ਾ ਨਹੀਂ ਸੀਗੀ, ਪਰ ਸਾਡੀ ਇਹ ਮਨਸ਼ਾ ਸੀਗੀ ਵੀ ਜਿਹੜਾ ਜੇ ਲੋਕਾਂ ਨੇ ਮੈਨੂੰ ਚੁਣਿਆ ਤੇ ਜੋ ਲੋਕਾਂ ਦੀ ਆਵਾਜ਼ ਹੈ, ਲੋਕਾਂ ਨੂੰ ਨਾਲ ਲੈ ਕੇ ਅਸੀਂ ਉਹ ਲੜਾਈ ਲੜੀ ਹੈ। ਲੋਕਾਂ ਦੇ ਸਿਰ ਤੇ ਉਹ ਲੜਾਈ ਜਿੱਤੀ ਹੈ, ਬੜੀ ਲੰਬੀ ਲੜਾਈ ਸੀ। ਅਸੀਂ ਉਹਨੂੰ ਜਗ੍ਹਾ ਦਿੱਤੀ ਹੈ, ਹੁਣ ਉਹ ਵੱਖ-ਵੱਖ ਥਾਂ ਤੇ ਆਪਣਾ ਰੁਜ਼ਗਾਰ ਕਰ ਰਹੇ ਆ, ਪਰ ਉਹ ਫੈਕਟਰੀ ਏਰੀਏ ਦੀ 40 ਕਲੋਨੀਆਂ ਦੀ ਮੇਨ ਐਂਟਰੈਂਸ ਸੀਗੀ। ਤਾਂ ਤੁਸੀਂ YouTube ਤੇ ਜਾ ਕੇ ਦੇਖੋ, ਵੱਡੇ ਹਜ਼ਾਰਾਂ ਲੋਕਾਂ ਨੇ ਸਾਥ ਦਿੱਤਾ, ਧਰਨੇ ਹੋਏ, ਬਕਾਇਦਾ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ। ਉਹ ਸਾਰਾ ਅਸੀਂ ਬਿਲਕੁਲ ਧੱਕਾ ਨਹੀਂ ਕੀਤਾ। ਜੋ ਸਾਨੂੰ ਚਾਹੀਦਾ ਸੀ, ਜੋ ਸਾਨੂੰ ਪਬਲਿਕ ਦਾ ਮੰਗ ਸੀ ਵੀ ਇਹ ਬੰਦ ਹੋਣੀ ਚਾਹੀਦੀ ਹੈ, ਇਹ ਇੱਕ ਦਿਨ 'ਚ ਨਹੀਂ ਬੰਦ ਹੋਈ। 4 ਸਾਲ ਮੈਨੂੰ ਇਸ ਪਿੱਛੇ ਸੰਘਰਸ਼ ਪਬਲਿਕ ਦੇ ਨਾਲ ਲੱਗ ਕੇ, ਸਹਿਯੋਗ ਲਾ ਕੇ ਮੈਨੂੰ ਕਰਨਾ ਪਿਆ ਜੀ। ਕਰੋਨਾ ਦੇ ਕਾਲ ਦੌਰਾਨ ਲੋਕਡਾਊਨ 'ਚ ਸਰਕਾਰਾਂ ਨੂੰ ਤੁਹਾਨੂੰ ਰੋਕਣਾ ਪਿਆ। ਕਿੱਥੇ ਤਾਂ ਲੋਕਾਂ ਨੂੰ ਕਿਹਾ ਜਾਂਦਾ ਜੀ ਮਾਸਕ ਪਾਓ, ਘਰਾਂ 'ਚ ਤੜੇ ਰਹੋ, ਤੇ ਤੁਸੀਂ ਲੰਗਰ ਦੇ ਭੰਡਾਰੇ ਖੋਲ੍ਹਤੇ ਜੀ। ਸਰਕਾਰਾਂ ਨੂੰ ਰੋਕਣਾ ਪਿਆ ਤੁਹਾਨੂੰ ਕਿ ਭਾਈ ਹਟ ਜਾਓ। ਤੁਸੀਂ ਠੀਕ ਕਹਿ ਰਹੇ ਹੋ, ਕਿਉਂਕਿ ਉਹ ਜਿਹੜਾ ਲੰਗਰ ਇੱਕ ਗੁਰੂ ਤੇਗ ਸਾਡੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜਾ ਪ੍ਰਥਾ ਚੱਲੀ ਆ ਰਹੀ ਹੈ, ਉਸ ਦੇ ਆਸ਼ੀਰਵਾਦ ਹੀ ਸੀ ਮੈਨੂੰ। ਜਿਹੜਾ ਇੱਕ ਮੈਂ ਇੰਨਾ ਵੱਡਾ ਲੰਗਰ ਮੈਂ ਇੰਨੇ ਜੋਗਾ ਨਹੀਂ ਸੀ ਜਿੰਨਾ ਗੁਰੂ ਸਾਹਿਬ ਨੇ ਮੇਰੇ ਤੋਂ ਸੇਵਾ ਲਈ ਹੈ। ਉਹ ਲੰਗਰ ਸੰਗਤ ਦੇ ਸਹਿਯੋਗ ਨਾਲ ਮੈਨੂੰ ਗੁਰੂ ਸਾਹਿਬ ਨੇ ਅੱਗੇ ਹੋ ਕੇ ਸੇਵਾ ਦਿੱਤੀ, ਤੇ ਅਸੀਂ 24 ਦਿਨ ਲਗਾਤਾਰ ਗੁਰੂ ਦੀ ਕਿਰਪਾ ਨਾਲ ਸੀ ਵੀ 30-35 ਕਲੋਨੀਆਂ 'ਚ ਉੱਥੋਂ ਲੰਗਰ ਬਣ ਕੇ ਜਾ ਰਿਹਾ ਸੀ। ਤੇ ਅਸੀਂ ਰਿਕਸ਼ਾ ਲਾਤੇ ਉੱਥੇ, ਜਿਨ੍ਹਾਂ ਦੇ ਤੱਕ ਬਹੁਤ ਸਾਡਾ ਏਰੀਆ ਉੱਧਰ ਬਹੁਤ ਡਾਊਨ ਟੂ ਅਰਥ ਹੈ, ਜਿਹੜੇ ਲੇਬਰ ਕਲਾਸ ਹੈ, ਜਿਹੜੇ ਡੇਲੀ ਵੇਜ ਤੇ ਉੱਥੇ ਕਮਾਉਂਦੇ ਤੇ ਖਾਂਦੇ ਸੀ, ਉਹਨਾਂ ਦੇ ਜਦੋਂ ਮੇਰੇ ਕੋਲ ਆਉਣ ਲੱਗ ਗਏ ਵੀ ਅਸੀਂ ਕੀ ਕਰੀਏ। ਅਸੀਂ ਫਿਰ ਜਦੋਂ ਉਹ ਦੇਖਿਆ ਵੀ ਇਹ ਤਾਂ ਬਹੁਤ ਇਹਨਾਂ ਦਾ ਮਾੜਾ ਹਾਲ ਹੋ ਗਿਆ। ਸਰਕਾਰ ਦੀ ਕੋਈ ਉੱਥੇ ਹਾਲੇ ਤੱਕ ਕੋਈ ਸੁਵਿਧਾ ਪਹੁੰਚੀ ਨਹੀਂ ਸੀ, ਸਰਕਾਰ ਆਪ ਅੰਦਰ ਵੜੀ ਹੋਈ ਸੀ। ਜਿਹੜੇ ਸਾਡੇ ਇੱਥੇ ਵੱਡੇ ਮੰਤਰੀ ਆ ਉਹ ਘਰਾਂ 'ਚ ਬੈਠੇ ਸੀ, ਉਹ ਨਿਕਲੇ ਹੀ ਨਹੀਂ। ਤੇ ਫਿਰ ਮਜਬੂਰਨ ਲੋਕਾਂ ਦੀ ਜਿਹੜੀ ਉਹ ਗੱਲ ਸੀ, ਉਹਨੂੰ ਮੈਂ ਦੇਖ ਕੇ ਆਪਣੇ ਸਾਥੀਆਂ ਦਾ ਵਿਚਾਰ ਵਟਾਂਦਰਾ ਕਰਕੇ ਅਸੀਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ, ਸਰਕਾਰ ਦੀਆਂ ਹੁਕਮਾਂ ਦੀ ਨਾ ਕਰਦੇ। ਅਸੀਂ ਕੋਈ ਜੇ ਪਬਲਿਕ ਹੀ ਮਰ ਗਏ ਨੇ, ਕੋਈ ਰਾਸ਼ਨ ਨਾ ਪਹੁੰਚਿਆ ਤੇ ਕਿੱਥੇ ਜਾਣਗੇ ਵਿਚਾਰੇ। ਕੋਈ ਆਏ ਹੋਏ ਸੀਗੇ ਬਾਹਰੋਂ, ਕੋਈ ਬਿਹਾਰ ਤੋਂ, ਕੋਈ ਯੂਪੀ ਤੋਂ, ਆਪਣੇ ਰੁਜ਼ਗਾਰ ਲਈ ਇੱਥੇ ਆਏ ਹੋਏ ਸੀਗੇ ਸਾਰੇ। ਤਾਂ ਉਹਨਾਂ ਦੇ ਅਸੀਂ ਜੋ ਉਹਨਾਂ ਨੇ ਕਿਹਾ, ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਸ਼ੁਰੂ ਕੀਤਾ। ਤੇ ਵਾਕਈ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਰਹੀ। ਕੋਈ ਕਹਿੰਦਾ ਮੇਰੇ ਵੱਲੋਂ, ਕੋਈ ਕਹਿੰਦਾ ਮੇਰੇ ਵੱਲੋਂ, ਕਿਤੋਂ ਆਟਾ ਆ ਰਿਹਾ। ਸਾਨੂੰ ਆਪ ਨਹੀਂ ਸਮਝ ਆ ਰਹੀ ਸੀ ਕਿ ਕਿੰਨਾ ਹੋ ਰਿਹਾ। ਤੁਸੀਂ ਜੇ YouTube ਤੇ ਵੀ ਦੇਖੋ ਤੇ ਮੇਰੇ ਹਿਸਾਬ ਨਾਲ ਲੱਖਾਂ ਲੋਕਾਂ ਨੇ ਫਿਰ ਉਹ ਸਰਕਾਰ ਨੂੰ ਸਿਰਦਰਦੀ ਬਣ ਗਈ। ਕੁਛ ਇਹੋ ਜਿਹੇ ਕੇਸ ਆ ਗਏ ਵੀ ਜਿੱਥੇ ਲੰਗਰ ਚੱਲ ਰਿਹਾ ਸੀਗਾ, ਤਾਂ ਉਹਦੀ ਆੜ 'ਚ ਫਿਰ ਸਰਕਾਰ ਨੇ ਸਾਡਾ 25ਵੇਂ ਦਿਨ ਲੰਗਰ ਬੰਦ ਕਰਾਇਆ। ਮਿੰਟਾ ਜੀ, ਲੋਕਡਾਊਨ ਤੋਂ ਬਾਅਦ ਗੱਲ ਅਸੀਂ ਦੁਬਾਰਾ ਲੀਡਰਸ਼ਿਪ ਤੇ ਆਨੇ ਆ। ਇਹ ਮੰਨਿਆ ਜਾਂਦਾ ਕਿ ਇੱਕ ਅਕਾਲੀ ਲੀਡਰ ਨੇ ਸਰਦਾਰ ਦਲਜੀਤ ਸਿੰਘ ਚੀਮਾ, ਉਹਨਾਂ ਦੇ ਤੁਸੀਂ ਬਹੁਤ ਕਰੀਬੀ ਹੋ, ਉਹਦੇ ਕਰਕੇ ਤੁਸੀਂ ਫਟਾਫਟ ਪੌੜੀਆਂ ਚੜ੍ਹੀ ਜਾ ਰਹੇ ਹੋ। ਜਿਹੜੀਆਂ ਤੁਸੀਂ ਡਾਕਟਰ ਸਾਹਿਬ ਨਾਲ ਸਾਡੀ ਰਿਸ਼ਤੇਦਾਰੀ ਜ਼ਰੂਰ ਹੈ, ਤੇ ਉਹ ਇੱਕ ਬਹੁਤ ਨੇਕ ਇਨਸਾਨ ਨੇ। ਸਾਡੇ ਸਾਰੇ ਜਿਹੜੇ ਲੋਕਲ ਲੀਡਰ ਨੇ, ਮੈਂ ਲੋਕਲ ਨਹੀਂ ਕਹਿ ਸਕਦਾ, ਸਾਡੇ ਪਟਿਆਲੇ ਦੇ ਵੱਡੇ ਲੀਡਰ ਜਿਵੇਂ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ, ਆਪਣਾ ਸਰਦਾਰ ਸੁਰਜੀਤ ਸਿੰਘ ਜੀ ਰਖੜਾ, ਇਹਨਾਂ ਨਾਲ ਵੀ ਸਾਡਾ ਇੱਕ ਪਰਿਵਾਰਕ ਸੰਬੰਧ ਨੇ। ਤੇ ਅਸੀਂ ਕੰਮ ਕਰਕੇ ਦਿਖਾਇਆ। ਜੇ ਤੁਸੀਂ ਕਹਿ ਰਹੇ ਹੋ ਮੈਂ MCO ਲੜਦਾ ਰਿਹਾ, MC ਦੇ ਉੱਤੇ ਤਾਂ ਇੱਕ ਪਾਰਟੀ 'ਚ ਕੋਈ ਆਫੀਸ਼ੀਅਲੀ ਕੋਈ ਇਹੋ ਜਿਹਾ ਉਹਦਾ ਨਹੀਂ ਮਿਲਿਆ। ਜੇ ਅਸੀਂ ਕੰਮ ਕਰਾਂਗੇ ਤਾਂ ਹੀ ਇਹ ਕੰਮ ਦੇ ਨਾਲ ਅਸੀਂ ਅੱਗੇ ਆ ਰਹੇ ਹਾਂ। 1995 ਤੋਂ ਤੁਸੀਂ ਲੱਗੇ ਹੋਏ ਹੋ ਜੀ ਰਾਜਨੀਤੀ ਦੇ ਵਿੱਚ, ਔਰ ਅੱਗੇ ਵਧ ਨਹੀਂ ਸਕੇ। ਮੇਰਾ ਸਵਾਲ ਅਗਲਾ ਇਹੀ ਸੀਗਾ ਕਿ ਪੌੜੀ ਚੜ੍ਹ ਕਿਉਂ ਨਹੀਂ ਸਕੇ ਜੀ? ਰਾਜਨੀਤੀ ਇੰਨਾ ਜ਼ਿਆਦਾ ਕੋਰਟ ਦੀ ਤਰ੍ਹਾਂ, ਅਦਾਲਤਾਂ ਦੀ ਤਰ੍ਹਾਂ 25-25 ਸਾਲ ਡੀਕਣਾ ਪੈਂਦਾ। ਬਿਲਕੁਲ ਠੀਕ। ਫਿਰ ਤੁਸੀਂ ਉਹੀ ਤਾਂ ਦੇਖੋ, ਮੈਂ ਤੁਹਾਡੇ ਸਾਹਮਣੇ ਇੰਨੇ ਕੰਮ ਪਬਲਿਕ ਨਾਲ ਰਾਬਤਾ ਬਣਾਇਆ ਹੋਇਆ। ਸਮਾਂ ਲੱਗਦਾ ਜ਼ਰੂਰ ਹੈ, ਪਰ ਪਬਲਿਕ ਦੇ ਵਿੱਚ ਇਮੇਜ ਬਣਾਉਣ ਲਈ, ਆਪਣਾ ਨਾਮ ਬਣਾਉਣ ਲਈ ਸਮਾਂ ਜ਼ਰੂਰ ਲੱਗਦਾ। ਪਰ ਜੇ ਪਰਮਾਤਮਾ ਨੇ ਸਾਡੇ ਤੋਂ ਸੇਵਾ ਲੈਣੀ ਹੈ, ਜਿਸ ਹੱਦ ਤੱਕ ਲੈਣੀ, ਜਿੰਨੇ ਕੁ ਏਰੀਏ ਦੀ ਲੈਣੀ ਹੈ, ਉਹ ਆਪ ਤੁੱਥ ਕੇ ਲੈ ਵੀ ਰਹੇ ਆ ਤੇ ਲੈਣਗੇ ਵੀ ਜੀ। ਤੇ ਆਪਣੀ ਗੱਲ ਹਾਈ ਕਮਾਂਡ ਤੱਕ ਪਹੁੰਚਾਉਣ ਲਈ ਇੱਕ ਮੈਂ ਸਮਝਦਾ ਇੱਕ ਛੋਟੀ ਜਿਹੀ ਫੈਮਿਲੀ ਤੋਂ ਇੱਥੇ ਤੱਕ ਆਉਣਾ
ਤੇ ਅੱਜ ਤੱਕ 1992 ਤੋਂ ਲੈ ਕੇ ਲਗਾਤਾਰ ਚੋਣ ਵੀ ਲੜਨਾ ਜੇ ਹਿੰਮਤ ਸਾਫ਼ ਹੈ। ਬਹੁਤ ਲੋਕ ਆ ਜਿਨ੍ਹਾਂ ਦੇ ਕੱਟੇ ਗਏ। ਮੈਨੂੰ ਨਹੀਂ ਲੱਗਦਾ 1992 ਤੋਂ ਲੈ ਕੇ ਹੁਣ ਤੱਕ ਦਾ, ਮੇਰੀ 48 ਸਾਲ 47 ਸਾਲ ਦੀ ਉਮਰ ਹੈ, ਤੇ ਕੋਈ ਮੈਨੂੰ ਨਹੀਂ ਲੱਗਦਾ ਵੀ ਐਤਕੀ 6ਵਾਂ ਇਲੈਕਸ਼ਨ ਆ ਜਾਣਾ। ਮੈਨੂੰ ਨਹੀਂ ਲੱਗਦਾ ਵੀ ਪਟਿਆਲੇ 'ਚ ਕੋਈ 6ਵਾਂ ਇਲੈਕਸ਼ਨ ਵੀ ਲੜੇਗਾ। ਇਹ ਵੀ ਆਪਣੇ ਵੱਡੀ ਅਚੀਵਮੈਂਟ ਹੈ। ਮੈਨੂੰ ਕੋਈ ਲੋੜ ਨਹੀਂ ਰਾਜਨੀਤੀ ਦੇ ਵਿੱਚ ਵੱਡੇ ਵੱਡੇ ਅਹੁਦੇ ਲੈਣੇ ਜਾਂ ਕੋਈ ਲੈ ਕੇ, ਇਹ ਕੋਈ ਮਨਸ਼ਾ ਨਹੀਂ ਹੁੰਦੀ ਵੀ ਸੇਵਾ ਇੱਕ ਤੁਸੀਂ ਅੱਜ ਵੀ ਅਸੀਂ ਉਵੇਂ ਹੀ ਕਰ ਰਹੇ ਹਾਂ ਸੇਵਾ। ਜੀ ਮਿੰਟਾ ਜੀ ਇਹਦੇ 'ਚ ਕਦੇ ਤੁਹਾਨੂੰ ਲੱਗਿਆ ਕਿ ਤੁਹਾਨੂੰ ਕੋਈ ਰਿਪਰੈਜ਼ੈਂਟੇਸ਼ਨ ਦੇਣਾ ਚਾਹੀਦਾ ਹੈ ਵੱਡੇ ਬਾਦਲ ਸਾਹਿਬ ਨੂੰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਜਾਂ ਸੁਖਬੀਰ ਸਿੰਘ ਬਾਦਲ ਹੋਣਾ ਨੂੰ, ਕਿ ਜੀ ਮੈਂ ਆਹ ਕੁਛ ਕੀਤਾ ਆ, ਸ਼ਾਇਦ ਉਹਦੇ ਨਾਲ ਕੋਈ ਫਰਕ ਪੈ ਜੇ? ਦੇਖੋ ਉਹਨਾਂ ਤੱਕ ਗੱਲ ਪਹੁੰਚਾਉਣ ਲਈ ਵਾਕਈ ਥੋੜ੍ਹਾ ਜਿਹਾ ਮੁਸ਼ਕਿਲ ਤਾਂ ਹੁੰਦਾ ਹੈ, ਕਿਉਂਕਿ ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਕਈ ਵਾਰ ਨਹੀਂ ਵੀ ਚਾਹੁੰਦੇ ਵੀ ਥੱਲਿਓ ਬੰਦਾ ਉੱਠ ਕੇ ਉੱਪਰ ਆਵੇ। ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ। ਇੱਕ ਵਾਰ ਸੁਖਬੀਰ ਸਿੰਘ ਜੀ ਬਾਦਲ, ਜਿਹੜੀ ਫਿਸ਼ ਮਾਰਕੀਟ ਸਾਡੇ ਬੰਦ ਹੋਈ ਹੈ, ਉਹ ਵੀ ਇਹਨਾਂ ਨੇ ਸੰਗਤ ਦਰਸ਼ਨ ਇੱਥੇ ਲਾਇਆ ਸੀ ਤੇ ਆਰਡਰ ਕੀਤੇ ਸੀ ਡਿਪਟੀ ਕਮਿਸ਼ਨਰ ਨੂੰ। ਉਸ ਤੋਂ ਬਾਅਦ ਵੀ ਸਾਨੂੰ ਧਰਨੇ ਲਾਣੇ ਪਏ। ਇੱਕ ਵਾਰ ਦੇਖੋ ਬਾਦਲ ਸਾਹਿਬ ਦੀ ਇੱਕ ਖਾਸੀਅਤ ਸੀਗੀ ਵੀ ਸੁਖਬੀਰ ਸਿੰਘ ਬਾਦਲ ਆਮ ਪਬਲਿਕ ਦੇ ਵਿੱਚ, ਬਾਦਲ ਸਾਹਿਬ ਮੇਰੇ ਘਰ ਵੀ ਆਏ ਨੇ, ਸਾਡੀ ਵਾਰਡ 'ਚ 3 ਵਾਰ ਸੰਗਤ ਦਰਸ਼ਨ ਕਰਕੇ ਗਏ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਲੋਕਾਂ ਦੇ ਮੰਨੇ ਲੀਡਰ ਮੰਨੇ ਜਾਂਦੇ ਆ। ਸੁਖਬੀਰ ਸਿੰਘ ਜੀ ਬਾਦਲ ਆਏ, ਮੈਂ ਉਹਨਾਂ ਨੂੰ ਇੱਕ ਜੋ 1992 ਤੋਂ ਲੈ ਕੇ ਇੱਕ ਬਣਾਇਆ ਹੋਇਆ ਸੀ ਚਾਰਟ ਵੀ ਮੈਂ ਕੀ ਕੀਤਾ, ਉਹ ਕਾਪੀ ਪੇਸ਼ ਕੀਤੀ। ਮੈਂ ਕਿਹਾ ਜੀ ਦੇਖੋ, ਮਤਲਬ ਇਹ ਤੁਹਾਨੂੰ ਆਪ ਰਿਪਰੈਜ਼ੈਂਟੇਸ਼ਨ ਦੇਣੀ ਪਈ? ਆਪ ਦੇਣੀ ਪਈ, ਮੈਨੂੰ ਦਿੱਤੀ। ਮੈਂ ਉਹ ਬੜੇ ਖੁਸ਼ ਹੋਏ। ਮੈਂ ਦੱਸਿਆ ਉਹਨਾਂ ਨੂੰ, ਮੈਂ ਕਿਹਾ ਜੀ ਮੈਂ 1992 ਤੋਂ ਚੋਣ ਲੜ ਰਿਹਾ, ਕੀ ਮੈਂ MC ਹਾਂ? ਮੈਂ ਹੁਣ MCO ਰਹਿ ਕੇ MCO ਮਰ ਜਾ, ਅੱਗੇ ਮੇਰਾ ਕੋਈ ਹੱਕ ਨਹੀਂ ਉੱਪਰ ਆਉਣ ਦਾ, ਜਾਂ ਮੈਨੂੰ ਕੋਈ ਤਰੀਕਾ ਦੱਸੋ ਮੈਂ ਤੁਹਾਡੇ ਤੱਕ ਪਹੁੰਚ ਕਰ ਸਕਾਂ। ਕਹਿੰਦੇ ਮੈਂ ਸੰਗਤ ਦਰਸ਼ਨ ਕਰ ਰਿਹਾ, ਤੁਸੀਂ ਦੱਸਿਆ ਕਰੋ। ਫਿਰ ਦੱਸਿਆ, ਉਹਨਾਂ ਨੇ ਮੇਰੀ ਗੱਲ ਸੁਣੀ ਤੇ ਉਹਨਾਂ ਨੇ ਮੈਨੂੰ ਪੰਜਾਬ ਦੀ ਬਾਡੀ ਦੇ ਵਿੱਚ ਐਜ ਜਥੇਬੰਦਕ ਸਕੱਤਰ ਵੀ ਪਾਇਆ। ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਬਾਲ ਸਾਹਿਬ ਦਾ, ਕਿਉਂਕਿ ਆਪਣਾ ਦੱਸਣਾ ਜ਼ਰੂਰ ਪੈਂਦਾ ਤੁਹਾਨੂੰ। ਜੀ ਮਿੰਟਾ ਸਾਹਿਬ, ਇਸ ਵੇਲੇ ਬੀਜੇਪੀ ਤੋਂ ਅਲੱਗ ਹੋ ਗਈ ਆ ਅਕਾਲੀ ਦਲ। ਪਟਿਆਲਾ 'ਚ ਖੈਰ ਬੀਜੇਪੀ ਦਾ ਵੋਟ ਆਧਾਰ ਠੀਕ ਠਾਕ ਸੀਗਾ, ਕਈ MC ਬੀਜੇਪੀ ਦੇ ਸੀਗੇ। ਕਿਸਾਨੀ ਮਸਲੇ ਦੇ ਉੱਤੇ ਤੁਹਾਡਾ ਕੀ ਪ੍ਰਤੀਕਰਮ ਹੈ? ਕਿਉਂਕਿ ਕਿਸਾਨਾਂ ਦੇ ਨਾਲ ਇਸ ਵੇਲੇ ਧੱਕਾ ਹੋ ਰਿਹਾ ਤੇ ਉਹੀ ਸਰਕਾਰ ਕਰ ਰਹੀ ਹੈ ਜਿਹੜੀ ਅਕਾਲੀਆਂ ਦੀ ਭਾਈਵਾਲ ਸੀ। ਦੇਖੋ ਧੱਕਾ ਤਾਂ ਹੋ ਰਿਹਾ ਕਿਸਾਨਾਂ, ਜਿਹੜਾ ਵੀ ਕੋਈ ਕਾਨੂੰਨ ਉਹਨਾਂ ਦੇ ਥੋਪਿਆ ਜਾ ਰਿਹਾ ਹੈ, ਉਹ ਕਾਨੂੰਨ ਜਦ ਉਹ ਲੋਕ ਜਾਂ ਉਹ ਕਿਸਾਨ ਨਹੀਂ ਚਾਹੁੰਦੇ ਵੀ ਸਾਨੂੰ ਇਹਦਾ ਫਾਇਦਾ ਨਹੀਂ ਹੈ, ਸਾਨੂੰ ਇਹਦਾ ਨੁਕਸਾਨ ਹੈ, ਤਾਂ ਉਹ ਕਾਨੂੰਨ ਹੋਣਾ ਨਹੀਂ ਚਾਹੀਦਾ, ਉਹ ਵਾਪਸ ਲੈਣਾ ਚਾਹੀਦਾ। ਤੇ ਜੇ ਗੱਲ ਕਰੀਏ ਬੀਜੇਪੀ ਦੇ ਦੇਖੋ ਸਭ ਤੋਂ ਪਹਿਲਾਂ ਅੱਜ ਤੱਕ ਜੇ ਕਿਸਾਨੀ ਸੰਘਰਸ਼ ਲਈ ਕਿਸੇ ਨੇ ਕੁਰਬਾਨੀ ਕੀਤੀ ਹੈ, ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦੇ ਵਿੱਚੋਂ ਉੱਠ ਕੇ ਕਿਸਾਨਾਂ ਦੇ ਲੀਡਰ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਨਾਂ ਹੈ। ਤੇ ਇਸ ਤੋਂ ਸੈਂਟਰ ਦੀ ਵਜ਼ੀਰੀ ਜਿਹੜੀ ਸਭ ਤੋਂ ਅਹਿਮ ਮੰਨੀ ਜਾਂਦੀ ਬੀਬਾ ਜੀ ਨੇ, ਉਹ ਕਿਸਾਨੀ ਜਦ ਪਤਾ ਲੱਗਿਆ ਵੀ ਕਿਸਾਨਾਂ ਨਾਲ ਗੱਲ ਕੀਤੀ, ਵਾਕਈ ਕਾਨੂੰਨ ਉਹਨਾਂ ਦੇ ਲਾਭ ਦੇ ਨਹੀਂ ਹੈਗੇ, ਉਹਨਾਂ ਦੇ ਨੁਕਸਾਨ ਦੇ ਹੈ, ਬੀਬਾ ਜੀ ਨੇ ਅਸਤੀਫਾ ਦਿੱਤਾ। ਸਾਡੇ 30 ਸਾਲ ਪੁਰਾਣੀ ਤਕਰੀਬਨ ਭਾਈਵਾਲ ਸੀਗੇ, ਅਸੀਂ ਉਹਦੀ ਪਰਵਾਹ ਨਾ ਕਰਦੇ ਹੋਏ ਅਸੀਂ ਉਹਦਾ ਰਿਲਾਇੰਸ ਤੋੜਿਆ। ਤੇ ਹੁਣ ਵੀ ਜਿੰਨਾ ਅਸੀਂ ਕਿਸਾਨ ਸੰਘਰਸ਼ ਦੇ ਵਿੱਚ ਕਈ ਵਾਰ ਕਹਿੰਦੇ ਪੋਲੀਟੀਕਲ ਨਾ ਆਵੋ, ਪਰ ਸਾਡੇ ਬਹੁਤ ਸਾਰੇ MLA ਜਿਵੇਂ ਸਰਦਾਰ ਸਰਜੀਤ ਸਿੰਘ ਜੀ ਰੱਕੜਾ ਨੇ ਬੜਾ ਵੱਡਾ ਲੰਗਰ ਲਾਇਆ। ਹੋਰ ਸਾਡੇ ਬਾਰੀ 60 ਦੇ ਕਰੀਬ MLA ਨੇ ਜਿਹੜੇ ਸਾਬਕਾ MLA ਜਾਂ ਮੌਜੂਦਾ MLA, ਉੱਥੇ ਜਾ ਕੇ ਸੰਘਰਸ਼ ਅਸੀਂ ਆਪ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਾਂ। ਜਿੱਥੇ ਲੋੜ ਪੈਂਦੀ ਅਸੀਂ ਜਾਂਦੇ ਹਾਂ, ਅਸੀਂ ਵੀ ਗਏ ਹਾਂ ਉੱਥੇ, ਅਸੀਂ ਵੀ ਧਰਨੇ ਲਾਏ ਆ, ਧਰਨਿਆਂ 'ਚ ਜਾਂਦੇ ਹਾਂ ਤੇ ਅਸੀਂ ਸਾਡਾ ਪੂਰਾ ਸਹਿਯੋਗ ਉਹਨਾਂ ਦੇ ਨਾਲ ਹੈ। ਜੀ ਤੇ ਅਖੀਰਲਾ ਸਵਾਲ ਮਿੰਟਾ ਸਾਹਿਬ, ਰਾਜਨੀਤੀ ਝੂਠ ਕਿੰਨਾ ਕੁ ਬੋਲਣਾ ਪੈਂਦਾ? ਦੇਖੋ ਇਹ ਤੁਹਾਡੇ ਸੱਚਾਈ, ਬਿਲਕੁਲ ਗੱਲ ਸੱਚੀ ਵਾਲੀ ਗੱਲ ਕਰਨੀ ਹੈ, ਇਹ ਤੇ ਡਿਪੈਂਡ ਹੈ। ਮੈਂ ਤਾਂ ਕਹਿੰਦਾ ਲੋੜ ਹੀ ਨਹੀਂ ਪੈਂਦੀ, ਗੱਲ ਸੱਚੀ ਸੱਚ ਹੀ ਰਹਿਣਾ ਹੈ। ਉਹਦੇ ਜਿੰਨੇ ਮਰਜ਼ੀ ਪਰਦੇ ਪਾਈ ਜਾਓ, ਜਿੰਨੇ ਮਰਜ਼ੀ ਉਹਨੂੰ ਮਿੱਟੀ 'ਚ ਦੱਬ ਲਓ, ਕਿਤੇ ਦੱਬ ਲਓ, ਸੱਚ ਨੇ ਬਾਹਰ ਆਉਣਾ ਹੀ ਆਉਣਾ ਹੈ। ਇਸ ਲਈ ਮੈਂ ਨਹੀਂ ਸਮਝਦਾ ਵੀ ਜੇ ਤੁਸੀਂ ਸਾਫ਼ ਸੁਥਰੀ ਰਾਜਨੀਤੀ ਕਰਨੀ ਹੈ, ਤੁਸੀਂ ਜੇ ਸੱਚ ਵੀ ਕਹਿ ਦੋਗੇ, ਉਹ ਬੰਦਾ ਉਦੋਂ ਤੁਹਾਨੂੰ ਸ਼ਾਇਦ ਦੁੱਖ ਲੱਗੇ ਉਹਨੂੰ ਵੀ ਭਾਈ ਇਹ ਮੇਰਾ ਕੰਮ ਨਹੀਂ ਕੀਤਾ ਜਾਂ ਮੇਰੇ ਬਸ 'ਚ, ਪਰ ਜਦ ਤੁਸੀਂ ਤਾਂ ਕਰਨਾ ਹੀ ਨਹੀਂ, ਉਹ 2 ਵਾਰ 3 ਵਾਰ ਤੁਹਾਡੇ ਕੋਲ ਆਏਗਾ, ਫਿਰ ਵੀ ਜਵਾਬ ਦੋਗੇ। ਪਰ ਮੈਂ ਚਾਹੁੰਦਾ ਵੀ ਪਹਿਲਾਂ ਹੀ ਉਹਨੂੰ ਸਾਫ਼ ਸੁਥਰੀ ਰਾਜਨੀਤੀ ਕਰੋ, ਲੋਕ ਆਪੇ ਤੁਹਾਡਾ ਸਾਥ ਦੇਣਗੇ। ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ, ਆਪਣੇ ਪਰਿਵਾਰ ਨੇ ਸਾਡੇ ਨੇ ਵੀ ਇੱਕ ਸਾਫ਼ ਸੁਥਰੀ ਰਾਜਨੀਤੀ ਕਰੀਏ। ਚਲੋ ਫਿਰ ਵੀ ਕੋਈ ਉਹ ਉੱਚ ਨੀਚ ਹੋ ਜਾਂਦੀ ਹੈ, ਅਸੀਂ ਉਹਦੀ ਵੀ ਸੀਮਾ ਮੰਨਦੇ ਹਾਂ, ਪਰ ਆਪਣੇ ਵੱਲੋਂ ਸਾਡੀ ਕੋਸ਼ਿਸ਼ ਹੈ ਵੀ ਸਾਫ਼ ਸੁਥਰੀ ਰਾਜਨੀਤੀ ਕਰੀਏ। ਅੱਜ ਲਈ ਮਿੰਟਾ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸ਼ੋਅ ਦੇ ਵਿੱਚ ਆਏ, ਤੁਸੀਂ ਯਾਦ ਕੀਤਾ, ਥੈਂਕ ਯੂ। ਅੱਜ ਅਸੀਂ ਸੁਖਵਿੰਦਰਪਾਲ ਸਿੰਘ ਕਾਲੋਂ, ਜਿਨ੍ਹਾਂ ਨੂੰ ਮਿੰਟਾ ਦੇ ਨਾਮ ਤੋਂ ਜਾਣਿਆ ਜਾਂਦਾ ਪਟਿਆਲੇ ਦੇ ਵਿੱਚ, ਉਹਨਾਂ ਦਾ
ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਸੇਧ ਵੀ ਦਿੱਤੀ ਹੈ ਜਿਹੜੇ ਲੋਕ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦੇ ਨੇ। ਸੋ ਇਸ ਤੋਂ ਬਾਅਦ ਅਗਲੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਕਿਸੇ ਹੋਰ ਸ਼ਖਸੀਅਤ ਨੂੰ ਪੇਸ਼ ਕਰੀਏ ਤੁਹਾਡੇ ਸਾਹਮਣੇ, ਤਾਂ ਕਿ ਸਾਨੂੰ ਯਾਨੀ ਕਿ ਆਮ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲੇ ਅਤੇ ਰਾਜਨੀਤਿਕ ਲੋਕਾਂ ਨੂੰ ਅਸੀਂ ਜਦੋਂ ਕਟਹਿਰੇ 'ਚ ਖੜਾ ਕਰਦੇ ਹਾਂ, ਲੋਕਾਂ ਦੀ ਕਚਹਿਰੀ 'ਚ ਖੜਾ ਕਰਦੇ ਹਾਂ, ਤਾਂ ਉਹਨਾਂ ਨੂੰ ਵੀ ਪਤਾ ਲੱਗਦਾ ਰਹੇ ਕਿ ਮੀਡੀਆ ਦੀ ਭੂਮਿਕਾ ਇੱਕ ਪੋਜ਼ੀਟਿਵ ਸਕਾਰਾਤਮਕ ਵੀ ਹੁੰਦੀ ਹੈ, ਜਿਹੜੀ ਉਹਨਾਂ ਨੂੰ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚੋਂ ਲਿਆ ਕੇ ਸੇਧ ਦਿੰਦੀ ਹੈ ਕਿ ਭਾਈ ਤੁਸੀਂ ਲੋਕਾਂ ਲਈ ਆਹ ਕੁਛ ਕਰਨਾ ਆ, ਆਹ ਤਰੀਕਾ ਤੁਹਾਡਾ ਗਲਤ ਆ ਠੀਕ ਹੈ। ਅਤੇ ਜਿਹੜਾ ਸ਼ਖਸ ਇਸ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਵੀ ਝੂਠ ਬੋਲਦਾ ਹੈ, ਕਿਉਂਕਿ ਪ੍ਰੋਗਰਾਮ ਦਾ ਨਾਮ ਹੈ ਗੱਲ ਸੱਚੀ ਹੈ, ਤਾਂ ਤੁਸੀਂ YouTube ਦੇ ਉੱਤੇ ਕਮੈਂਟਸ ਕਰ ਸਕਦੇ ਹੋ, ਸਵਾਲ ਸਿੱਧੇ ਪੁੱਛ ਸਕਦੇ ਹੋ। ਔਰ ਆਸ ਕਰਦੇ ਹਾਂ ਕਿ ਇਹ ਸ਼ਖਸੀਅਤਾਂ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਆਉਂਦੀਆਂ ਨੇ, ਇਹ ਤੁਹਾਨੂੰ YouTube ਦੇ ਵਿੱਚ ਹੀ ਕਮੈਂਟ ਬਾਕਸ ਦੇ ਵਿੱਚ ਹੀ ਜਵਾਬ ਵੀ ਜ਼ਰੂਰ ਦੇਣਗੀਆਂ। ਅੱਜ ਲਈ ਬਹੁਤ ਬਹੁਤ ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।